दोस्तों मेरी ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਮੈਂ ਗੱਲਬਾਤ ਕਰਾਂਗਾ ਅੱਜ ਤੋਂ ਤਕਰੀਬਨ ਇੱਕ ਹਫ਼ਤਾ ਪਹਿਲਾਂ ਬਠਿੰਡਾ ਵਿਖੇ ਹੋਏ ਵਪਾਰੀ ਦੇ ਕਤਲ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਇਆ ਹਰਜਿੰਦਰ ਸਿੰਘ ਜੋਹਲ ਜਿਨ੍ਹਾਂ ਨੂੰ ਮੇਲਾ ਨਾਂ ਨਾਲੋਂ ਵੀ ਜਾਣਿਆ ਜਾਂਦਾ ਸੀ ਵਪਾਰ ਸੰਗਠਨ ਦਾ ਅਹੁਦੇਦਾਰ ਅਤੇ ਅੰਮ੍ਰਿਤਸਰੀ ਕੁਲਚੇ ਛੋਲੇ ਦੀ ਦੁਕਾਨ ਚਲਾਉਣ ਵਾਲਾ ਉਹ ਵਿਅਕਤੀ ਜੋ ਕਿ ਆਪਣੀ ਦੁਕਾਨ ਦੇ ਬਾਹਰ ਬੈਠਾ ਹੁੰਦਾ ਹੈ ਦਿਨ ਦਹਾੜੇ ਦੋ ਸ਼ੂਟਰ ਆਉਂਦੇ ਨੇ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ ਤੇ ਇਸ ਤੋਂ ਬਾਅਦ ਤਕਰੀਬਨ 4 ਦਿਨ ਮੁਸ਼ੱਕਤ ਕਰਨੀ ਪਈ ਪੰਜਾਬ ਪੁਲਿਸ ਬਠਿੰਡਾ ਪੁਲਿਸ ਦਾ ਕਾਊਂਟਰ ਇੰਟੈਲੀਜੈਂਸ ਸੈੱਲ ਮਾਨਸਾ ਪੁਲਿਸ ਦੀ ਵੀ ਮਦਦ ਲਈ ਗਈ ਮੋਗਾ ਪੁਲਿਸ ਤੋਂ ਵੀ ਇਨਵੈਸਟੀਗੇਸ਼ਨ ਦੇ ਵਿੱਚ ਲੀਡਸ ਲਈਆਂ ਗਈਆਂ ਫਾਈਨਲੀ ਮੋਹਾਲੀ ਦੇ ਸਪੈਸ਼ਲ ਸਟੇਟ ਆਪਰੇਸ਼ਨ ਸੈੱਲ ਐਸਐਸਓਸੀ ਜਿਸ ਨੂੰ ਕਿਹਾ ਜਾਂਦਾ ਹੈ ਉਸ ਦੀ ਇੱਕ ਟੀਮ ਨੇ ਮੋਹਾਲੀ ਦੇ ਨੇੜੇ ਇਨਫੈਕਟ ਮੋਹਾਲੀ ਜ਼ਿਲ੍ਹੇ ਮੋਹਾਲੀ ਤੇ ਪੰਚਕੂਲਾ ਦਾ ਬਾਰਡਰ ਜ਼ੀਰਕਪੁਰ ਬਲਟਾਣਾ ਉੱਥੋਂ ਦੇ ਇੱਕ ਹੋਟਲ ਤੋਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਮੇਨ ਸ਼ੂਟਰ ਇਸੇ ਬਠਿੰਡਾ ਦੇ ਵਪਾਰੀ ਦੇ ਕਤਲकांड ਦਾ ਲਵਜੀਤ ਸਿੰਘ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਸ ਦੇ ਨਾਲ ਇੱਕ ਹੋਰ ਵਿਅਕਤੀ ਗ੍ਰਿਫਤਾਰ ਕੀਤਾ ਜਾਂਦਾ ਜਿਸ ਦਾ ਨਾਮ ਪਰਮਜੀਤ ਪੰਮਾ ਜੋ ਕਿ ਇਸ ਪੂਰੀ ਦੀ ਪੂਰੀ ਅਪਰਾਧਿਕ ਵਾਰਦਾਤ ਦਾ ਸੂਤਰਧਾਰ ਕਹਿ ਲਈਏ ਮਾਸਟਰਮਾਈਂਡ ਤੇ ਉਹ ਵਿਅਕਤੀ ਜੋ ਕਿ ਅਰਸ਼ ਡਾਲੇ ਦੇ ਨਾਲ ਸੰਪਰਕ ਦੇ ਵਿੱਚ ਸੀ ਇਹਨਾਂ ਤੋਂ ਇਲਾਵਾ ਇੱਕ ਕਮਲਜੀਤ ਸਿੰਘ ਜਾਂ ਸ਼ਾਇਦ ਉਸ ਦਾ ਨਾਮ ਕਸ਼ਮੀਰਾ ਸਿੰਘ ਵੀ ਮੰਨਿਆ ਜਾਂਦਾ ਹੈ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਇਹਨਾਂ ਤਿੰਨੋਂ ਅਪਰਾਧੀਆਂ ਦੀ ਹੋਈ ਗ੍ਰਿਫਤਾਰੀ ਜ਼ੀਰਕਪੁਰ ਬਲਟਾਣੇ ਦੇ ਇੱਕ ਹੋਟਲ ਜਿੱਥੇ ਕਿ ਇਹ ਰੁਕੇ ਹੋਏ ਸਨ ਕੁਝ ਦਿਨਾਂ ਤੋਂ ਇੱਕ ਬਰੀਫ ਐਨਕਾਊਂਟਰ ਹੁੰਦਾ ਹੈ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਇੱਕ ਡੀਐਸਪੀ ਨੂੰ ਵੀ ਇਸ ਗੋਲੀਬਾਰੀ ਦੇ ਵਿੱਚ ਕੁਝ ਛਰਰੇ ਲੱਗਦੇ ਨੇ ਇਸ ਗ੍ਰਿਫਤਾਰੀ ਤੋਂ ਬਾਅਦ ਸਮਝਿਆ ਇਹ ਜਾਂਦਾ ਹੈ ਕਿ ਬਠਿੰਡਾ ਦੇ ਵਪਾਰੀ ਦੇ ਕਤਲ ਦੀ ਗੁੱਥੀ ਜਾਂ ਉਸ ਕੇਸ ਨੂੰ ਪੁਲਿਸ ਨੇ ਕ੍ਰੈਕ ਕਰ ਲਿਆ ਲੇਕਿਨ ਅੱਜ ਵੀ ਜਦੋਂ ਮੈਂ ਇਸ ਰਿਪੋਰਟ ਨੂੰ ਬਣਾਉਂਦਾ ਪਿਆ ਹਾਂ ਮੈਂ ਕਹਿ ਸਕਦਾ ਹਾਂ ਕਿ ਇਸ ਰਿਪੋਰਟ ਦੇ ਬਹੁਤ ਸੇ ਅਜੇ ਜਿਹੜੇ ਡਾਟਸ ਕਨੈਕਟ ਹੋਣੇ ਬਾਕੀ ਨੇ ਕਿਉਂਕਿ ਹੱਤਿਆ ਦਾ ਕਾਰਨ ਹੱਤਿਆ ਦਾ ਮੋਟਿਵ ਕੀ ਸੀ ਹੱਤਿਆ ਦੀ ਜ਼ਿੰਮੇਵਾਰੀ ਅਰਸ਼ ਡਾਲੇ ਨੇ ਕੀ ਲਈ ਕੀ ਕਾਰਨ ਸੀ ਕਿ ਸੋਸ਼ਲ ਮੀਡੀਆ ਉੱਤੇ ਇਸ ਹੱਤਿਆ ਦੀ ਜ਼ਿੰਮੇਵਾਰੀ ਹੱਤਿਆਕਾਂਡ ਤੋਂ ਕਈ ਦਿਨ ਬਾਅਦ ਲੈਣ ਤੋਂ ਬਾਅਦ ਉਸ ਪੋਸਟ ਨੂੰ ਹਟਾਤਾ ਗਿਆ ਇਹ ਕਈ ਅਜਿਹੇ ਅਣਸੁਲਝੇ ਪੱਖ ਹੈਗੇ ਨੇ ਪਹਿਲੂ ਹੈਗੇ ਨੇ ਜਿਨ੍ਹਾਂ ਉੱਤੇ ਅਜੇ ਵੀ ਕੋਈ ਕਲੈਰਿਟੀ ਨਹੀਂ ਹੈ ਲੇਕਿਨ ਮੋਟੀ ਜੀ ਗੱਲ ਇਹ ਹੈ ਕਿ ਬਹੁਤ ਹੀ ਘੱਟ ਉਮਰ ਦੇ ਤਕਰੀਬਨ 21 22 23 ਸਾਲਾਂ ਦੇ ਇਹ ਲੋਕ ਇਹ ਮੁੰਡੇ ਇਹ ਕ੍ਰਿਮੀਨਲਸ ਜਿਨ੍ਹਾਂ ਦਾ ਕੋਈ ਲੰਬਾ ਚੌੜਾ ਅਪਰਾਧਿਕ ਪਿਛੋਕੜ ਵੀ ਨਹੀਂ ਸੀ ਐਕਸੈਪਟ ਫॉर ਪਰਮਜੀਤ ਪੰਮਾ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਹਥਿਆਰਾਂ ਦੇ ਰੂਪ ਵਿੱਚ ਵਰਤਨ ਦੇ ਵਿੱਚ ਅਰਸ਼ ਡਾਲਾ ਜਾਂ ਉਹ ਜਿਹੇ ਹੋਰ ਕ੍ਰਿਮੀਨਲ ਅਨਸਰ ਸਰਗਨਾ ਜਿਹੜੇ ਵਿਦੇਸ਼ਾਂ ਤੋਂ ਕੈਨੇਡਾ ਵਰਗੇ ਮੁਲਕਾਂ ਤੋਂ ਬੈਠ ਕੇ ਆਪਰੇਟ ਕਰ ਰਹੇ ਨੇ ਕਾਮਯਾਬ ਹੋ ਰਹੇ ਨੇ ਇੱਕ ਬਹੁਤ ਹੀ ਚਿੰਤਾਜਨਕ ਟ੍ਰੈਂਡ ਹੈ ਰੁਝਾਨ ਹੈ ਬਠਿੰਡੇ ਦੇ ਵਿੱਚ ਜਿਵੇਂ ਵਪਾਰੀ ਨੂੰ ਮਾਰਿਆ ਗਿਆ ਸੀਸੀਟੀਵੀ ਦੀਆਂ ਤਸਵੀਰਾਂ ਆਈਆਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਜਨਤਕ ਪੱਧਰ ਉੱਤੇ ਰੋਸ ਵੀ ਰਿਹਾ ਸਮਾਜ ਦੇ ਵਿੱਚ ਦਹਿਸ਼ਤ ਪੈਂਦੀ ਹੈ ਇਸ ਤਰੀਕੇ ਦੀਆਂ ਘਟਨਾਵਾਂ ਤੋਂ ਇੱਕ ਅਜਿਹੀ ਸਥਿਤੀ ਉੱਭਰਦੀ ਹੈ ਜਿਸ ਤੋਂ ਬਾਅਦ ਵਪਾਰੀਆਂ ਤੋਂ ਹੋਰ ਰੰਗਦਾਰੀਆਂ ਫਿਰੌਤੀਆਂ ਵਸੂਲਣ ਦਾ ਆਧਾਰ ਇਹਨਾਂ ਕ੍ਰਿਮੀਨਲਸ ਲਈ ਤਿਆਰ ਹੁੰਦਾ ਹੈ ਲੇਕਿਨ ਜੇ ਆਪਾਂ ਇਸ ਪਾਰਟਿਕੂਲਰ ਕੇਸ ਦੀ ਗੱਲ ਕਰੀਏ ਜਿਸ ਤਰੀਕੇ ਦੇ ਨਾਲ ਜ਼ਿੰਮੇਵਾਰੀਆਂ ਲੈਣ ਤੋਂ ਸ਼ੁਰੂਆਤੀ ਪੜਾਅ ਦੇ ਵਿੱਚ ਗੁਰੇਜ਼ ਕੀਤਾ ਗਿਆ 2-3 ਦਿਨ ਬਾਅਦ ਜ਼ਿੰਮੇਵਾਰੀ ਲਏਗੀ ਤੇ ਮੰਨਿਆ ਇਹ ਵੀ ਜਾਂਦਾ ਹੈ ਕਿ ਇਸ ਜ਼ਿੰਮੇਵਾਰੀ ਲੈਂਦਿਆਂ ਸਾਰ ਹੀ ਇਹਨਾਂ ਕ੍ਰਿਮੀਨਲਸ ਜਿਨ੍ਹਾਂ ਦੀ ਪਛਾਣ ਉਹ ਸ਼ੂਟਰ ਜੋ ਕਿ ਮੋਟਰਸਾਈਕਲ ਤੇ ਦੋ ਆਏ ਸੀ ਇਹਨਾਂ ਦੀ ਪਛਾਣ ਤਕਰੀਬਨ 3 ਦਿਨ ਤੱਕ ਨਹੀਂ ਹੋ ਪਾਈ ਸੀ ਬਠਿੰਡਾ ਮੋਗਾ ਮਾਨਸਾ ਮਾਲਵੇ ਦੇ ਕਈ ਜ਼ਿਲ੍ਹਿਆਂ ਦੀ ਪੁਲਿਸ ਇਸ ਗੱਲਬਾਤ ਨੂੰ ਲੈ ਕੇ ਸੰਸੇ ਦੁਚਿੱਤੀ ਵਿੱਚ ਸੀ ਕਿ ਇਹ ਸ਼ੂਟਰ ਕੌਣ ਨੇ ਇਹਨਾਂ ਦੀ ਪਛਾਣ ਨੂੰ ਲੈ ਕੇ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਸੀ 3-4 ਦਿਨ ਤੱਕ ਇਹ ਗੁੱਥੀ ਨਹੀਂ ਸੁਲਝ ਪਾਈ ਸੀ ਜਦੋਂ ਤੱਕ ਉਹ ਸੋਸ਼ਲ ਮੀਡੀਆ ਪੋਸਟ ਨਹੀਂ ਪਈ ਜਿਸ ਵਿੱਚ ਅਰਸ਼ ਡਾਲੇ ਨੇ ਕਥਿਤ ਤੌਰ ਤੇ ਇਸ ਹੱਤਿਆਕਾਂਡ ਦੀ ਜ਼ਿੰਮੇਵਾਰੀ ਕਬੂਲੀ ਉਸ ਪੋਸਟ ਦੇ ਪੈਂਦਿਆਂ ਹੀ ਕਈ ਡਾਟ ਕਨੈਕਟ ਹੋ ਗਏ ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਬਠਿੰਡਾ ਦੇ ਕਾਊਂਟਰ ਇੰਟੈਲੀਜੈਂਸ ਦੀ ਇਨਪੁਟ ਤੋਂ ਬਾਅਦ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਜਿਨ੍ਹਾਂ ਨੇ ਫਾਈਨਲੀ ਨਿਸ਼ਾਨਦੇਹੀ ਕਰ ਲਈ ਸੀ ਇਸ ਹੋਟਲ ਦੀ ਜਿੱਥੇ ਕਿ ਇਹ ਕ੍ਰਿਮੀਨਲਸ ਰੁਕੇ ਹੋਏ ਸਨ ਉੱਥੇ ਛਾਪਾ ਮਾਰਿਆ ਗਿਆ ਤੇ ਇਹਨਾਂ ਨੂੰ ਫੜਿਆ ਗਿਆ ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਪਹਿਲਾਂ ਵੀ ਕਈ ਰਿਪੋਰਟਾਂ ਬਣਾਈਆਂ ਨੇ ਅਰਸ਼ ਡਾਲੇ ਦੇ ਕੰਮ ਕਰਨ ਦੇ ਢੰਗ ਤਰੀਕੇ ਉਸਦੇ ਪੈਂਤਣਿਆਂ ਜਾਂ ਫਿਰ ਉਸਦੇ ਮੋਡਸ ਆਪਰੈਂਡੀ ਉੱਤੇ ਗੱਲ ਆਪਾਂ ਕਰ ਚੁੱਕੇ ਹਾਂ ਨੌਜਵਾਨਾਂ ਨੂੰ ਅੱਲੜ ਉਮਰ ਦੇ ਨੌਜਵਾਨ ਕਹਿ ਲਈਏ ਜਾਂ ਅਜਿਹੇ ਨੌਜਵਾਨ ਜਿਨ੍ਹਾਂ ਦੇ ਵਿੱਚ ਇੱਕ ਸ਼ੌਂਕ ਹੈ ਚਸਕਾ ਹੈ ਹਥਿਆਰਾਂ ਨੂੰ ਰੱਖਣ ਦਾ ਸੋਸ਼ਲ ਮੀਡੀਆ ਦੇ ਜ਼ਰੀਏ ਰਿਕਰੂਟਮੈਂਟ ਕਰਕੇ ਉਹਨਾਂ ਨੂੰ ਖਤਰਨਾਕ ਸ਼ੂਟਰਾਂ ਦੇ ਵਿੱਚ ਤਬਦੀਲ ਕਰਨ ਦਾ ਕੰਮ ਅਰਸ਼ ਡਾਲਾ ਪਿਛਲੇ ਕਈ ਸਾਲਾਂ ਤੋਂ ਕਰਦਾ ਆ ਰਿਹਾ ਤੇ ਨਿਰੰਤਰਤਾ ਦੇ ਵਿੱਚ ਉਸ ਦੀ ਕਾਮਯਾਬੀ ਦਾ ਸਿਲਸਿਲਾ ਬਰਕਰਾਰ ਹੈ ਕੁਝ ਹੀ ਮਹੀਨੇ ਤੇ ਕੁਝ ਹੀ ਹਫ਼ਤੇ ਪਹਿਲਾਂ ਆਪਾਂ ਜ਼ਿਕਰ ਕੀਤਾ ਸੀ ਹੈਰੀ ਰਾਜਪੁਰਾ ਹੈਰੀ ਮੌੜ ਜੋ ਕਿ ਮੇਨ ਸ਼ੂਟਰ ਸੁੱਖਾ ਦੁਨੇਕੇ ਦੇ ਜਿਨ੍ਹਾਂ ਨੂੰ ਹੈਂਡਲ ਕਰ ਰਿਹਾ ਸੀ ਅਰਸ਼ ਡਾਲਾ ਉਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਹੋਰ ਕਈ ਦੁਨੇਕੇ ਤੇ ਬੰਬੀਹਾ ਗੈਂਗ ਦੇ ਕ੍ਰਿਮੀਨਲ ਗੈਂਗਸਟਰ ਫੜੇ ਜਾਂਦੇ ਨੇ ਤੇ ਅਰਸ਼ ਡਾਲਾ ਦਵਿੰਦਰ ਬੰਬੀਹਾ ਗੈਂਗ ਦੇ ਪੁਰਾਣੇ ਚੱਲਦੇ ਆ ਰਹੇ ਕਈ ਸ਼ੂਟਰ ਤੇ ਕ੍ਰਿਮੀਨਲਸ ਦੀ ਮਦਦ ਵੀ ਆਪਣੀ ਅਪਰਾਧਿਕ ਵਾਰਦਾਤਾਂ ਵਿੱਚ ਲੈਂਦਾ ਆ ਰਿਹਾ ਹੈ ਆਸ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਹੋਰ ਘਟਨਾਵਾਂ ਰੁਕ ਜਾਣਗੀਆਂ ਲੇਕਿਨ ਅਰਸ਼ ਡਾਲੇ ਨੇ ਬੈਕ ਟੂ ਬੈਕ ਕੁਝ ਹੀ ਹਫ਼ਤਿਆਂ ਦੇ ਵਕਫੇ ਦੌਰਾਨ 2 ਵੱਡੀ ਕਤਲ ਦੀਆਂ ਵਾਰਦਾਤਾਂ ਕਰਾਤੀਆਂ ਬੱਲੀ ਸਰਪੰਚ ਨੂੰ ਕੁਝ ਸਮਾਂ ਪਹਿਲਾਂ ਮਾਰਿਆ ਗਿਆ ਸੀ ਜੋ ਕਿ ਪਿੰਡ ਡਾਲੇ ਦਾ ਹੀ ਸਰਪੰਚ ਸੀ ਉਸ ਦੀ ਜ਼ਿੰਮੇਵਾਰੀ ਅਰਸ਼ ਡਾਲੇ ਨੇ ਆਪਣੀ ਵਿਅਕਤੀਗਤ ਰੰਜਿਸ਼ ਤੇ ਦੁਸ਼ਮਣੀ ਦੇ ਚੱਲਦਿਆਂ ਉਸ ਦਾ ਹਵਾਲਾ ਦੇ ਕੇ ਕਬੂਲ ਕੀਤੀ ਸੀ ਤੇ ਕੁਝ ਹੀ ਹਫ਼ਤਿਆਂ ਬਾਅਦ ਬਠਿੰਡਾ ਦੇ ਇਸ ਵਪਾਰੀ ਦਾ ਕਤਲ ਹਾਲਾਂਕਿ ਇਸ ਗੱਲ ਨੂੰ ਲੈ ਕੇ ਇੱਕ ਬੜਾ ਵੱਡਾ ਕੁਐਸਚਨ ਮਾਰਕ ਅਜੇ ਵੀ ਹੈ
ਕਿਉਂਕਿ ਅਰਸ਼ ਡਾਲੇ ਦੀ ਉਹ ਪੋਸਟ ਖੜਦੀ ਨਹੀਂ ਹੈ। ਉਹ ਜਿਹੜੀ ਜ਼ਿੰਮੇਵਾਰੀ ਉਸ ਵੱਲੋਂ ਕਬੂਲੀ ਗਈ ਕਿ ਵਾਕਈ ਅੱਜ ਉਸ ਜ਼ਿੰਮੇਵਾਰੀ ਕਬੂਲਣ ਤੇ ਖੜਾ ਹੈ, ਇਹ ਗੱਲਾਂ ਬਾਤਾਂ ਐਜ਼ ਆਫ ਨਾਓ ਕਲੀਅਰ ਨਹੀਂ ਹੈਗੀਆਂ ਨੇ। ਪੁਲਿਸ ਇਹ ਮੰਨਦੀ ਹੈ, ਜਾਂਚ ਏਜੰਸੀਆਂ ਮੰਨਦੀਆਂ ਨੇ ਕਿ ਅਰਸ਼ ਡਾਲੇ ਦੇ ਮੋਡਿਊਲ ਵੱਲੋਂ ਹੀ ਕਰਵਾਈ ਗਈ ਅਪਰਾਧਿਕ ਵਾਰਦਾਤ ਹੈ, ਯਾਨੀ ਕਿ ਬਠਿੰਡੇ ਦੇ ਇਸ ਵਪਾਰੀ ਦਾ ਕਤਲ। ਲੇਕਿਨ ਅਰਸ਼ ਡਾਲੇ ਵੱਲੋਂ ਕਿਉਂ ਪੋਸਟ ਨੂੰ ਪਾ ਕੇ ਹਟਾ ਲਿਆ ਗਿਆ, ਜਾਂ ਉਸ ਦੀ ਚਰਚਾ ਜਾਂ ਉਸ ਪੂਰੀ ਦੀ ਪੂਰੀ ਘਟਨਾ ਤੋਂ ਉਸਨੇ ਆਪਣੇ ਆਪ ਨੂੰ ਕਿਉਂ ਪਿੱਛੇ ਖਿੱਚਣ ਦੀ ਕੋਸ਼ਿਸ਼ ਕੀਤੀ ਇੰਨੇ ਦਿਨਾਂ ਤੇ ਦੇਰ ਬਾਅਦ, ਯਾਨੀ ਕਿ 3 ਦਿਨਾਂ ਬਾਅਦ ਉਸ ਵਾਰਦਾਤ ਦੀ ਜ਼ਿੰਮੇਵਾਰੀ ਕਬੂਲ ਕਰਨ ਵਿੱਚ ਸਮਾਂ ਕਿਉਂ ਅਰਸ਼ ਡਾਲੇ ਨੇ ਲਾਇਆ, ਇਹ ਕੁਝ ਅਜਿਹੇ ਸਵਾਲ ਨੇ ਜੋ ਕਿ ਮੇਰੇ ਮਨ ਦੇ ਵਿੱਚ ਨੇ, ਜਾਂਚ ਏਜੰਸੀਆਂ ਦੇ ਮਨਾਂ ਦੇ ਵਿੱਚ ਵੀ ਇਹ ਸਾਰੇ ਘਟਨਾ ਚੱਕਰ ਨੂੰ ਲੈ ਕੇ ਕਈ ਕਿਸਮ ਦੀ ਕਨਫਿਊਜ਼ਨਸ ਰਹੀਆਂ ਨੇ, ਜਿਸ ਕਾਰਨ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਪੁਲਿਸ ਨੂੰ ਸਮਾਂ ਵੀ ਲੱਗਿਆ। ਤੇ ਅੱਜ ਜਦੋਂ ਕਿ ਸਾਰੇ ਸ਼ੂਟਰ ਹੱਥ ਵਿੱਚ ਆ ਚੁੱਕੇ ਨੇ, ਕ੍ਰਿਮੀਨਲਸ ਫੜੇ ਜਾ ਚੁੱਕੇ ਨੇ, ਸੂਤਰਧਾਰ ਫੜੇ ਜਾ ਚੁੱਕੇ ਨੇ, ਉਸ ਵਕਤ ਵੀ ਜਦੋਂ ਅਸੀਂ ਜਾਂਚ ਏਜੰਸੀਆਂ ਤੇ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਰਸ਼ ਡਾਲੇ ਤੇ ਉਸ ਦੇ ਸੈੱਲ ਦੀ ਮੋਡਿਊਲ ਦੀ ਜਿਹੜੀ ਭੂਮਿਕਾ ਜੋ ਕਿ ਨਜ਼ਰ ਆ ਰਹੀ ਹੈ ਕਿ ਉਹ ਅਰਸ਼ ਡਾਲੇ ਦੇ ਨਾਲ ਵੀ ਉਨੇ ਹੀ ਪੁਖਤਾ ਤਰੀਕੇ ਦੇ ਨਾਲ ਕਨੈਕਟ ਹੁੰਦੀ ਹੈ, ਇਸ ਗੱਲਬਾਤ ਨੂੰ ਲੈ ਕੇ ਇੱਕ ਬੜਾ ਵੱਡਾ ਕੁਐਸਚਨ ਮਾਰਕ ਅਜੇ ਵੀ ਖੜਾ ਦਾ ਖੜਾ ਹੀ ਹੈ। ਇਸ ਤੋਂ ਵੱਡੀ ਜਿਹੜੀ ਗੱਲ ਹੈ, ਇਸ ਹੱਤਿਆ ਦਾ ਮੋਟਿਵ, ਇਸ ਹੱਤਿਆ ਦੇ ਪਿੱਛੇ ਦਾ ਕਾਰਨ, ਕਿਸੇ ਵੀ ਵਾਰਦਾਤ ਨੂੰ ਕਰਾਉਣ ਦਾ ਮੋਟਿਵ ਜਾਂ ਤਾਂ ਫਿਰੌਤੀ ਹੋ ਸਕਦਾ ਹੈ, ਇਸ ਤਰੀਕੇ ਦੀਆਂ ਜਿਹੜੀ ਘਟਨਾਵਾਂ ਹੁੰਦੀਆਂ ਨੇ, ਜਾਂ ਫਿਰ ਕੋਈ ਰੰਜਿਸ਼ ਹੋ ਸਕਦਾ ਹੈ, ਪਾਰਟੀਬਾਜ਼ੀ ਹੋ ਸਕਦਾ ਹੈ। ਪਿੰਡਾਂ ਦੀ ਗੱਲ ਕਰ ਲਈਏ ਤਾਂ ਸਰਪੰਚੀ ਦੇ ਇਲੈਕਸ਼ਨ ਸਾਹਮਣੇ ਹੈਗੇ ਨੇ, ਕਈ ਹੱਤਿਆਵਾਂ ਪੰਜਾਬ ਦੇ ਵਿੱਚ ਅਜਿਹੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪਿੰਡਾਂ ਦੇ ਵਿੱਚ ਸਰਪੰਚੀ ਦੇ ਹੋਣ ਵਾਲੇ ਇਲੈਕਸ਼ਨਾਂ ਤੋਂ ਪਹਿਲਾਂ ਵਾਰਦਾਤਾਂ ਹੋ ਰਹੀਆਂ ਨੇ। ਸੋ ਕਈ ਕਿਸਮ ਦੇ ਸਿਆਸੀ ਝਗੜੇ ਵੀ ਕਾਰਨ ਬਣ ਸਕਦੇ ਨੇ। ਲੇਕਿਨ ਇਸ ਸਥਿਤੀ ਦੇ ਵਿੱਚ ਫਿਲਹਾਲ ਜਿਹੜੇ ਇਨੀਸ਼ੀਅਲ ਚੀਜ਼ਾਂ ਗੱਲਾਂ ਬਾਤਾਂ ਉੱਭਰ ਕੇ ਆਈਆਂ ਨੇ, ਇੱਕ ਪਾਰਕਿੰਗ ਲੋਟ ਦਾ ਰੌਲਾ ਸੀਗਾ ਜਿਸ ਨੂੰ ਲੈ ਕੇ ਪੁਲਿਸ ਨੇ ਕਈ ਲੋਕਾਂ ਨੂੰ ਰਾਉਂਡ ਅਪ ਕੀਤਾ ਕਿ ਉਹ ਲੋਕ ਜੋ ਕਿ ਉਸ ਪਾਰਕਿੰਗ ਲੋਟ ਦੇ ਝਗੜੇ ਦੇ ਵਿੱਚ ਇੱਕ ਦੂਜੀ ਧਿਰ ਵਜੋਂ ਕੰਮ ਕਰ ਰਹੇ ਸਨ, ਉਹਨਾਂ ਦੀ ਭੂਮਿਕਾ ਹੋ ਸਕਦੀ ਹੈ। ਉਹ ਸਾਰੀਆਂ ਗੱਲਾਂ ਬਾਤਾਂ ਨੂੰ ਇਨਵੈਸਟੀਗੇਸ਼ਨ ਜੋ ਕਿ ਬਠਿੰਡਾ ਪੁਲਿਸ ਨੇ ਕੀਤੀ, ਉਹਨਾਂ ਦੇ ਵਿੱਚ ਆਹਿਸਤਾ ਆਹਿਸਤਾ ਰੂਲ ਆਊਟ ਕੀਤਾ ਜਾਂਦਾ ਹੋਇਆ ਦੇਖਿਆ ਗਿਆ। ਸੋ ਇਸ ਵਕਤ ਜਦੋਂ ਆਪਾਂ ਗੱਲਬਾਤ ਕਰਦੇ ਪਏ ਹਾਂ, ਅਰਸ਼ ਡਾਲੇ ਦੇ ਨਾਲ ਪੂਰੀ ਦੀ ਪੂਰੀ ਕਹਾਣੀ ਜੁੜਦੀ ਨਜ਼ਰ ਤਾਂ ਆ ਰਹੀ ਹੈ, ਲੇਕਿਨ ਅਰਸ਼ ਡਾਲਾ ਇਸ ਵਿਸ਼ੇ ਦੇ ਉੱਤੇ ਅਜੇ ਤੱਕ ਸਾਇਲੈਂਟ ਕਿਉਂ ਹੈ, ਜਾਂ ਫਿਰ ਪੋਸਟ ਪਾਉਣ ਤੋਂ ਬਾਅਦ ਉਸ ਨੂੰ ਵਾਪਸ ਹਟਣ ਦਾ ਉਸ ਦਾ ਕਾਰਨ ਕੀ ਹੈ, ਇਹ ਕੁਝ ਗੱਲਾਂ ਬਾਤਾਂ ਸਮਝ ਨਹੀਂ ਆਈਆਂ ਹੈਗੀਆਂ ਨੇ, ਨਾ ਹੀ ਮੋਟਿਵ ਕਲੀਅਰ ਹੋ ਪਾ ਰਿਹਾ ਹੈ। ਜੇ ਆਪਾਂ ਗੱਲਬਾਤ ਇਹਨਾਂ ਤਿੰਨੋਂ ਕ੍ਰਿਮੀਨਲ ਦੀ ਕਰੀਏ, ਇਹਨਾਂ ਵਿੱਚੋਂ ਸਭ ਤੋਂ ਸੀਨੀਅਰ ਮੋਸਟ ਕਿਹਾ ਜਾ ਸਕਦਾ ਹੈ ਜਾਂ ਉਹ ਅਪਰਾਧੀ ਜਿਸ ਦਾ ਇੱਕ ਸਬਸਟੈਂਸ਼ੀਅਲ ਕ੍ਰਿਮੀਨਲ ਰੈਕੋਰਡ ਹੈ, ਉਹ ਹੈ ਪਰਮਜੀਤ ਪੰਮਾ। ਪਰਮਜੀਤ ਪੰਮਾ ਭਿੱਖੀ ਦਾ ਰਹਿਣ ਵਾਲਾ ਹੈ। ਇਹ ਦੱਸਿਆ ਜਾਂਦਾ ਹੈ ਕਿ ਇਸ ਦੇ ਪਰਿਵਾਰਿਕ ਝਗੜੇ ਜਾਂ ਸ਼ਾਇਦ ਇਹਨਾਂ ਦੇ ਪਿਤਾ ਦੇ ਉੱਤੇ ਕੋਈ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਪਰਾਧ ਜਗਤ ਦੇ ਵਿੱਚ ਇਸ ਦੀ ਐਂਟਰੀ ਹੁੰਦੀ ਹੈ। ਅੱਜ ਤੋਂ ਕੁਝ ਮਹੀਨੇ ਪਹਿਲਾਂ ਸਿਲਸਿਲੇਵਾਰ ਤਰੀਕੇ ਦੇ ਨਾਲ ਬੈਕ ਟੂ ਬੈਕ ਇਸ ਉੱਤੇ 3 ਅਲੱਗ-ਅਲੱਗ ਮੁਕੱਦਮੇ ਦਰਜ ਹੋਏ, ਜਿਨ੍ਹਾਂ ਵਿੱਚੋਂ ਇੱਕ ਮਰਡਰ ਦਾ ਕੇਸ ਸੀ, ਦੂਸਰਾ ਐਕਸਟੋਰਸ਼ਨ ਦਾ ਕੇਸ ਸੀ, ਤੀਸਰਾ ਆਰਮਜ਼ ਐਕਟ ਦਾ ਕੇਸ ਸੀ। ਹੁਣ ਪਰਮਜੀਤ ਪੰਮਾ, ਜੇ ਮੈਂ ਤੁਹਾਨੂੰ ਕਹਾਂ ਕਿ ਅੱਜ ਤੋਂ 3-4 ਮਹੀਨੇ ਪਹਿਲਾਂ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਚੁੱਕਾ ਸੀ, ਉਸ ਤੋਂ ਹਥਿਆਰ ਬਰਾਮਦ ਕੀਤੇ ਗਏ, 4 ਅਜਿਹੇ ਹਥਿਆਰ 32 ਬੋਰ ਦੇ ਪਿਸਟਲਸ, ਵੈਪਨਸ ਉਸ ਤੋਂ ਬਰਾਮਦ ਕੀਤੇ ਗਏ ਜੋ ਕਿ ਅਰਸ਼ ਡਾਲੇ ਵੱਲੋਂ ਹੀ ਉਸ ਨੂੰ ਕਿਸੇ ਥਾਂ ਤੋਂ ਚੱਕਣ ਜਾਂ ਕਿਸੇ ਇੱਕ ਥਾਂ ਤੋਂ ਦੂਸਰੇ ਥਾਂ ਤੇ ਲਿਜਾਣ ਲਈ ਕਿਹਾ ਗਿਆ ਸੀ। ਇਸ ਮਾਮਲੇ ਵਿੱਚ ਉਸ ਦੀ ਗ੍ਰਿਫਤਾਰੀ ਹੁੰਦੀ ਹੈ, ਇਹ ਵੈਪਨ ਰਿਕਵਰ ਕੀਤੇ ਜਾਂਦੇ ਨੇ, ਪਰਮਜੀਤ ਪੰਮਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਇੱਕ ਐਕਸਟੋਰਸ਼ਨ ਦਾ ਕੇਸ ਸੀ ਜੋ ਕਿ ਸੰਗਰੂਰ ਜ਼ਿਲ੍ਹੇ ਦੇ ਚੀਮਾ ਇਲਾਕੇ ਦਾ ਸੀ। ਹੁਣ ਜਿਹੜਾ ਆਰਮਜ਼ ਐਕਟ ਦਾ ਕੇਸ ਸੀ, ਇਹ ਮਾਨਸੇ ਦੇ ਭਿੱਖੀ ਦਾ ਕੇਸ ਸੀ। ਸੰਗਰੂਰ ਦੇ ਚੀਮਾ ਵਿਖੇ ਇੱਕ ਵਿਅਕਤੀ ਤੋਂ ਫਿਰੌਤੀ ਰੰਗਦਾਰੀ ਵਸੂਲਣ ਦੇ ਮਾਮਲੇ ਦੇ ਵਿੱਚ ਵੀ ਪਰਮਜੀਤ ਪੰਮੇ ਦਾ ਨਾਂ ਆਇਆ, ਉਸ ਨੂੰ ਨਾਮਜ਼ਦ ਕੀਤਾ ਗਿਆ, ਉਸ ਦੀ ਗ੍ਰਿਫਤਾਰੀ ਵੀ ਹੋਈ। ਇੱਕ ਮਰਡਰ ਕੇਸ ਇਹਨਾਂ ਦੋਨੋਂ ਕੇਸਾਂ ਤੋਂ ਪਹਿਲਾਂ ਸੀ, ਜਿਸ ਵਿੱਚ ਪਰਮਜੀਤ ਪੰਮੇ ਦੇ ਖਿਲਾਫ ਇੱਕ ਕੇਸ ਰਜਿਸਟਰ ਹੁੰਦਾ ਹੈ, ਲੇਕਿਨ ਬਾਅਦ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਉਸ ਮਰਡਰ ਕੇਸ ਦੇ ਵਿੱਚ ਰਾਜ਼ੀਨਾਮਾ ਹੋ ਗਿਆ। ਅੱਜ ਤੋਂ ਠੀਕ 1 ਸਾਲ ਪਹਿਲਾਂ ਅਕਤੂਬਰ ਦੇ ਮਹੀਨੇ ਦੇ ਵਿੱਚ ਉੱਤਰਾਖੰਡ ਦੇ ਵਿੱਚ ਮਾਈਨਿੰਗ ਠੇਕੇਦਾਰ ਮਹਿਲ ਸਿੰਘ ਦਾ ਕਤਲ ਹੋਇਆ ਸੀ। ਇਸ ਉੱਤੇ ਆਪਾਂ ਮਲਟੀਪਲ ਰਿਪੋਰਟਸ ਬਣਾਈਆਂ, ਪੂਰਾ ਦਾ ਪੂਰਾ ਮਾਮਲਾ ਕਿਵੇਂ ਜੁੜਿਆ, ਸੁੱਖਾ ਦੁਨੇਕੇ, ਅਰਸ਼ ਡਾਲਾ, ਕਿਵੇਂ ਇਹਨਾਂ ਨੇ ਆਪਣੇ ਜਿਹੜੇ ਕ੍ਰਿਮੀਨਲ ਸ਼ੂਟਰ ਉੱਥੇ ਭੇਜੇ, ਉਹ ਕੜੀਆਂ ਕਿਵੇਂ ਜੁੜੀਆਂ, ਬਾਅਦ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀਆਂ ਮੋਹਾਲੀ ਦੇ ਵਿੱਚ ਹੀ ਕੀਤੀਆਂ ਗਈਆਂ। ਉਹ ਸਾਰੇ ਦੀ ਸਾਰੀਆਂ ਘਟਨਾਵਾਂ ਦਾ ਮੈਂ ਵੇਰਵੇ ਆਪਣੀਆਂ ਅਲੱਗ-ਅਲੱਗ ਰਿਪੋਰਟਾਂ ਵਿੱਚ ਦਿੱਤੇ ਨੇ। ਲੇਕਿਨ ਉੱਤਰਾਖੰਡ ਦਾ ਜਿਹੜਾ ਮਾਈਨਿੰਗ ਕੰਟਰੈਕਟਰ ਮਹਿਲ ਸਿੰਘ ਮਾਰਿਆ ਜਾਂਦਾ ਹੈ, ਇਸ ਵਿੱਚ ਕੁਝ ਸ਼ੂਟਰ ਸਾਹਮਣੇ ਆਏ ਸੀ, ਉਹਨਾਂ ਦੀ ਕੜੀਆਂ, ਮਨਪ੍ਰੀਤ ਚੂਚੀ, ਸੁੱਖਾ, ਇਸ ਤਰੀਕੇ ਦੇ ਕੁਝ ਕ੍ਰਿਮੀਨਲ ਸੀ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਬਰਨਾਲੇ ਦੇ ਵਿੱਚ ਮਨਪ੍ਰੀਤ ਚੂਚੀ ਨੂੰ ਗ੍ਰਿਫਤਾਰ ਕੀਤਾ ਗਿਆ। ਇਹੀ ਮਨਪ੍ਰੀਤ ਚੂਚੀ ਇਸ ਪਰਮਜੀਤ ਪੰਮੇ ਦਾ ਚੰਗਾ ਸਾਥੀ ਸੀ ਤੇ ਦੱਸਿਆ ਜਾਂਦਾ ਕਿ ਅਰਸ਼ ਡਾਲੇ ਦੇ ਨਾਲ ਪੰਮੇ ਨੂੰ ਕਨੈਕਟ ਕਰਾਉਣ ਵਾਲਾ ਵੀ ਚੂਚੀ ਹੀ ਸੀ। ਸੋ ਪਰਮਜੀਤ ਪੰਮਾ ਅਰਸ਼ ਡਾਲੇ ਦੇ ਕੰਟੈਕਟ ਵਿੱਚ ਆ ਜਾਂਦਾ, ਜਿਸ ਤੋਂ ਬਾਅਦ ਲਵਜੀਤ ਤਾਂ ਕਮਲਜੀਤ ਨਾਂ ਦੇ ਮੁੰਡਿਆਂ ਨੂੰ ਵੀ ਆਪਣੇ ਸਰਕਟ ਦੇ ਵਿੱਚ ਲਿਆ ਗਿਆ। ਇਸ ਕ੍ਰਿਮੀਨਲ ਸਰਕਟ ਦੇ ਮੋਡਿਊਲ ਦੇ ਵਿੱਚ ਪਰਮਜੀਤ ਪੰਮਾ ਹੀ ਲਵਜੀਤ ਅਤੇ ਕਮਲਜੀਤ ਨੂੰ ਇੰਟਰੋਡਿਊਸ ਕਰਦਾ ਹੈ, ਜਿਨ੍ਹਾਂ ਦਾ ਕੋਈ ਸਬਸਟੈਂਸ਼ੀਅਲ ਅਪਰਾਧਿਕ ਰਿਕਾਰਡ ਜ਼ਿਆਦਾ ਨਹੀਂ ਸੀ। ਹੁਣ ਲਵਜੀਤ ਦੀ ਗੱਲ ਕਰ ਲਈਏ, ਇਸ ਦੇ ਖਿਲਾਫ ਬੇਸਿਕਲੀ ਦੱਸਿਆ ਜਾਂਦਾ ਹੈ ਕਿ ਬਰੇਟਾ ਭਿੱਖੀ ਇਲਾਕੇ ਤੋਂ ਬਿਲੋਂਗ ਕਰਦਾ ਹੈ। ਇੱਕ ਸ਼ਰਾਬ ਬੂਟਲੈਗਿੰਗ ਦਾ ਮੁਕੱਦਮਾ ਸ਼ਾਇਦ ਇਸ ਦੇ ਖਿਲਾਫ ਹੈ। ਤੇ ਜੇ ਗੱਲ ਕਮਲਜੀਤ ਦੀ ਕਰ ਲਈ ਜਾਏ, ਉਸ ਦੇ ਖਿਲਾਫ ਕੋਈ ਵੀ ਗੰਭੀਰ ਅਪਰਾਧਿਕ ਮੁਕੱਦਮਾ ਰਜਿਸਟਰੀ ਨਹੀਂ ਹੈ। ਸੋ ਅਪਰਾਧਿਕ ਜਗਤ ਦੇ ਵਿੱਚ ਵੀ ਇਹਨਾਂ ਨੂੰ ਗ੍ਰੀਨ ਹੌਰਨਸ ਮੰਨਿਆ ਜਾ ਸਕਦਾ ਹੈ ਕਿ ਨਵੇਂ-ਨਵੇਂ ਰੰਗਰੂਟ ਕਹੇ ਜਾ ਸਕਦੇ ਨੇ, ਜੋ ਕਿ ਅਰਸ਼ ਡਾਲਾ ਦੇ ਇਸ ਮੋਡਿਊਲ ਦਾ ਹਿੱਸਾ ਬਣੇ। ਜੱਸੇ ਨੇ ਇਹਨਾਂ ਨੂੰ ਪੂਰਾ ਦਾ ਪੂਰਾ ਵਾਰਦਾਤ ਦਾ ਕੰਮ ਟਾਸਕ ਕੀਤਾ।
ਉਸ ਤੋਂ ਬਾਅਦ ਇਹ ਲੋਕ ਮੋਟਰਸਾਈਕਲ ਤੇ ਜਾਂਦੇ ਨੇ ਤੇ ਇਹਨਾਂ ਵੱਲੋਂ ਇਹ ਵਾਰਦਾਤ ਕਰਤੀ ਗਈ। ਹੁਣ ਇਸ ਕੇਸ ਦੇ ਵਿੱਚ ਹੁੰਦਾ ਇਹ ਹੈ ਕਿ ਇੱਕ ਮੋਟਰਸਾਈਕਲ ਜੋ ਕਿ ਭਿੱਖੀ ਦੀ ਇੱਕ ਫੇਕ ਨੰਬਰ ਪਲੇਟ, ਉਹ ਜਿਹੜਾ ਨੰਬਰ ਵਰਤਿਆ ਗਿਆ ਇਸ ਮੋਟਰਸਾਈਕਲ ਦੇ ਉੱਤੇ ਉਹ ਭਿੱਖੀ ਦਾ ਨੰਬਰ ਸੀ, ਲੇਕਿਨ ਉਹ ਫੇਕ ਨੰਬਰ ਸੀ। ਉਸ ਫੇਕ ਨੰਬਰ ਪਲੇਟ ਉੱਤੇ ਇੱਕ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਇਹ ਦੋਵੇਂ ਸ਼ੂਟਰ ਜਾਂਦੇ ਨੇ। ਬਠਿੰਡਾ ਦੇ ਵਪਾਰੀ ਹਰਜਿੰਦਰ ਜੌਹਲ ਦਾ ਉਹਨਾਂ ਦੀ ਦੁਕਾਨ ਦੇ ਬਾਹਰ ਬੈਠਿਆਂ ਦਾ ਕਤਲ ਕਰ ਦਿੰਦੇ ਨੇ। ਇਹਨਾਂ ਕੋਲ 30 ਬੋਰ ਦੇ ਵੈਪਨ ਹੁੰਦੇ ਨੇ ਜਿਨ੍ਹਾਂ ਦੇ ਨਾਲ ਗੋਲੀਆਂ ਚਲਾਈਆਂ ਤੇ ਉਸ ਤੋਂ ਬਾਅਦ ਬਹੁਤ ਹੀ ਸੁਖਾਲੇ ਤਰੀਕੇ ਦੇ ਨਾਲ ਇਹ ਕ੍ਰਿਮੀਨਲ ਉੱਥੋਂ ਨਿਕਲਣ ਦੇ ਵਿੱਚ ਕਾਮਯਾਬ ਹੋਏ। ਇਹਨਾਂ ਕ੍ਰਿਮੀਨਲਸ ਦੀ ਜਿਹੜੀ ਵੀ ਪਛਾਣ ਹੈ, ਜਿਹੜੀ ਵੀ ਤਸਵੀਰਾਂ ਸੀਸੀਟੀਵੀ ਗ੍ਰੈਬਸ ਆਏ, ਇਹਨਾਂ ਨੂੰ ਲੱਭਣ, ਇਹਨਾਂ ਨੂੰ ਸਮਝਣ, ਇਹਨਾਂ ਦੀ ਸ਼ਨਾਖਤ ਕਰਨ ਦੇ ਵਿੱਚ ਸਭ ਤੋਂ ਜ਼ਿਆਦਾ ਪਰੇਸ਼ਾਨੀ ਪੁਲਿਸ ਨੂੰ ਇਸ ਵਾਸਤੇ ਹੋਈ ਕਿਉਂਕਿ ਇਹਨਾਂ ਦਾ ਉਹ ਅਪਰਾਧਿਕ ਰਿਕਾਰਡ ਹੀ ਨਹੀਂ ਸੀ। ਕਿਉਂਕਿ ਜਿੰਨੀਆਂ ਵੀ ਤਸਵੀਰਾਂ ਜਿਹੜੇ ਵੀ ਪੁਲਿਸ ਮਹਿਕਮੇ ਕੋਲ ਗਈਆਂ ਉਹਨਾਂ ਲਈ ਇਹ ਨਵੇਂ ਅਪਰਾਧੀ ਸਨ। ਸੋ ਇੱਕ ਮੋਡਸ ਆਪਰੈਂਡਾਈ ਵੀ ਹੈ ਜਿਸ ਤਰ੍ਹਾਂ ਤਰੀਕੇ ਦੇ ਨਾਲ ਅਰਸ਼ ਡਾਲੇ ਤੇ ਹੋਰ ਬਹੁਤ ਸੇ ਕ੍ਰਿਮੀਨਲ ਹੁਣ ਉਹ ਨੌਜਵਾਨਾਂ ਨੂੰ ਵਰਤ ਰਹੇ ਨੇ ਜਿਨ੍ਹਾਂ ਦੇ ਕੋਈ ਸਬਸਟੈਂਸ਼ੀਅਲ ਰਿਕਾਰਡ ਨਹੀਂ ਹੈਗੇ ਨੇ, ਲੇਕਿਨ ਉਹਨਾਂ ਨੂੰ ਸ਼ਾਇਦ ਹਥਿਆਰਾਂ ਦੀ ਉਹਦੀ ਟ੍ਰੇਨਿੰਗ ਵੀ ਨਾ ਹੋਵੇ, ਲੇਕਿਨ ਇਸ ਦੇ ਬਾਵਜੂਦ ਉਹ ਲੋਕਾਂ ਤੋਂ ਉਹ ਵਾਰਦਾਤਾਂ ਕਰਾਈਆਂ ਜਾ ਰਹੀਆਂ ਨੇ ਜੋ ਕਿ ਸਮਾਜ ਦੇ ਵਿੱਚ, ਸੋਸਾਇਟੀ ਦੇ ਵਿੱਚ ਭੈ ਦਾ ਇੱਕ ਮਾਹੌਲ ਕ੍ਰੀਏਟ ਕਰਦੀਆਂ ਨੇ, ਟੈਰਰਾਈਜ਼ ਲੋਕਾਂ ਨੂੰ ਕਰਦੀਆਂ ਨੇ। ਸੋ ਇਸ ਘਟਨਾ ਨੇ ਵੀ ਲੋਕਾਂ ਨੂੰ ਟੈਰਰਾਈਜ਼ ਕੀਤਾ, ਲੇਕਿਨ ਜਦੋਂ ਤਫਤੀਸ਼ 4 ਦਿਨ ਨਿਕਲਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਛੱਡ ਗਈ, ਯਾਨੀ ਕਿ ਪੁਲਿਸ ਨੂੰ ਕਲੂ ਹੀ ਨਹੀਂ ਮਿਲ ਪਾਇਆ। ਹਰ ਸੋਰਸ, ਹਰ ਵਸੀਲੇ ਤੋਂ ਜਦੋਂ ਪੁੱਛਿਆ ਗਿਆ ਨਾ ਮੁੰਡਿਆਂ ਬਾਰੇ, ਕਿਉਂਕਿ ਪਰਮਜੀਤ ਪੰਮਾ ਜਿਸ ਦਾ ਆਪਣਾ ਅਪਰਾਧਿਕ ਰਿਕਾਰਡ ਸੀ, ਇਹ ਮੁੰਡਿਆਂ ਯਾਨੀ ਮੋਟਰਸਾਈਕਲ ਦੇ ਉੱਤੇ ਜਿਹੜੇ ਸ਼ੂਟਰ ਆਏ ਸੀ ਉਹਨਾਂ ਦੀ ਹੁਲੀਏ, ਉਹਨਾਂ ਦੇ ਚਿਹਰੇ, ਉਹਨਾਂ ਦਾ ਜਿਹੜਾ ਡੀਲ ਡੋਲ ਸੀ ਉਹ ਪਰਮਜੀਤ ਪੰਮੇ ਦੇ ਨਾਲ ਵੀ ਨਹੀਂ ਮੈਚ ਕਰਦਾ ਸੀ। ਸਿਰਫ ਉਸ ਮੋਟਰਸਾਈਕਲ ਦੀ ਨੰਬਰ ਪਲੇਟ ਜਿੱਥੇ ਕਿ ਇੱਕ ਫੇਕ ਨੰਬਰ ਲਾਇਆ ਗਿਆ ਜੋ ਕਿ ਭਿੱਖੀ ਦਾ ਨੰਬਰ ਸੀ, ਉਸ ਨੰਬਰ ਤੋਂ ਕੜੀਆਂ ਜੁੜਨੀਆਂ ਸ਼ੁਰੂ ਹੋਈਆਂ। ਪੁਲਿਸ ਨੂੰ ਸ਼ੱਕ ਸੀ ਕਿ ਭਿੱਖੀ ਦੇ ਇਲਾਕੇ ਤੋਂ ਹੀ ਇਹ ਸ਼ੂਟਰ ਹੋ ਸਕਦੇ ਨੇ। ਬਠਿੰਡੇ ਦੇ ਵਪਾਰੀ ਦਾ ਇੱਕ ਕਤਲ, ਇੱਕ ਕਿਲਿੰਗ, ਇੱਕ ਸੁਪਾਰੀ ਕਿਲਿੰਗ, ਇੱਕ ਕੰਟਰੈਕਟ ਕਿਲਿੰਗ ਹੋ ਸਕਦੀ ਸੀ ਤੇ ਇਸ ਨੂੰ ਕੋਈ ਵੀ ਕ੍ਰਿਮੀਨਲ ਗੈਂਗ ਅੰਜਾਮ ਦਵਾ ਸਕਦਾ ਸੀ। ਅਰਸ਼ ਡਾਲੇ ਤੇ ਹੀ ਸੂਈ ਕਿਵੇਂ ਅਟਕਣੀ ਸੀ। ਜਿਵੇਂ ਹੀ ਇਸ ਭਿੱਖੀ ਦਾ ਫੇਕ ਨੰਬਰ ਲੇਕਿਨ ਨੰਬਰ ਪਲੇਟ ਭਿੱਖੀ ਦੀ ਹੋਣਾ, ਇਸ ਮੋਟਰਸਾਈਕਲ ਦੇ ਤਾਰ ਭਿੱਖੀ ਦੇ ਇਲਾਕੇ ਦੇ ਨਾਲ ਜੁੜਨਾ, ਇਹ ਇੱਕ ਲੀਡ ਸੀ, ਲੇਕਿਨ ਇਸ ਲੀਡ ਨੂੰ ਅਰਸ਼ ਡਾਲੇ ਦੇ ਕ੍ਰਿਮੀਨਲ ਗੈਂਗ ਦੇ ਨਾਲ ਜੋੜਨ ਵਾਲੀ ਅਗਲੀ ਕੜੀ ਜਾਂ ਅਗਲਾ ਡਾਟ ਜਿਸ ਨੂੰ ਕਹਿੰਦੇ ਆ ਕਨੈਕਟ ਕਰਨਾ ਸੀ, ਉਹ ਹੋ ਨਹੀਂ ਸੀ ਪਾ ਰਿਹਾ। ਲੇਕਿਨ ਜਿਵੇਂ ਹੀ 3-4 ਦਿਨ ਬਾਅਦ ਅਰਸ਼ ਡਾਲੇ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ ਜੋ ਕਿ ਦੱਸਿਆ ਗਿਆ ਕਿ ਬਾਅਦ ਦੇ ਵਿੱਚ ਹਟਾ ਲਈ ਗਈ, ਹੁਣੇ ਅਰਸ਼ ਡਾਲੇ ਨੇ ਖੁਦ ਪੋਸਟ ਪਾਈ ਜਾਂ ਫਿਰ ਕਿਸੇ ਹੋਰ ਨੇ ਪਾਈ, ਵੀ ਨੈਵਰ ਨੋ, ਕਿਉਂਕਿ ਸੋਸ਼ਲ ਮੀਡੀਆ ਉੱਤੇ ਪੈਣ ਵਾਲੀਆਂ ਪੋਸਟਾਂ ਦੇ ਉੱਤੇ ਕ੍ਰੈਡੀਬਲੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਲੇਕਿਨ ਇਸ ਪੋਸਟ ਦੇ ਪੈਂਦਿਆਂ ਹੀ ਤੇ ਉਸ ਦੇ ਵਾਪਸ ਹਟਦਿਆਂ ਹੀ ਤਾਰਾਂ ਜੁੜ ਗਈਆਂ, ਯਾਨੀ ਕਿ ਭਿੱਖੀ ਦੇ ਇਲਾਕੇ ਦੇ ਕਿਹੜੇ ਕ੍ਰਿਮੀਨਲ ਹੈਗੇ ਨੇ ਜੋ ਕਿ ਅਰਸ਼ ਡਾਲੇ ਦੇ ਨਾਲ ਕੰਟੈਕਟ ਵਿੱਚ ਹੋ ਸਕਦੇ ਨੇ। ਜਦੋਂ ਹੀ ਪੂਰਾ ਦਾ ਪੂਰਾ ਰਡਾਰ ਭਿੱਖੀ ਦੇ ਉੱਤੇ ਆਇਆ, ਭਿੱਖੀ ਦੇ ਵਿੱਚ ਇੱਕ ਹੀ ਵਿਅਕਤੀ ਸੀ ਜੋ ਕਿ ਪੁਲਿਸ ਦੇ ਰਡਾਰ ਤੇ ਸੀ, ਉਹ ਸੀ ਪਰਮਜੀਤ ਪੰਮਾ, ਜਿਸ ਤੋਂ ਬਾਅਦ ਅੱਗੇ ਲੀਡਸ ਉਭਰੀਆਂ। ਆਪਾਂ ਫਿਲਹਾਲ ਇਹੀ ਕਹਿ ਸਕਦੇ ਕਿ ਪੁਲਿਸ ਨੇ ਇੰਟੈਂਸਿਵ ਡੇਟਾ ਮਾਈਨਿੰਗ ਤੇ ਜਿਹੜਾ ਖੁਫੀਆ ਸੂਤਰਾਂ ਦਾ ਉਹਨਾਂ ਦਾ ਤੰਤਰ ਹੈ ਉਸ ਦੇ ਜ਼ਰੀਏ ਹੀ ਇਨਪੁਟ ਹਾਸਲ ਕੀਤੀ, ਜਿਸ ਤੋਂ ਬਾਅਦ ਫਾਈਨਲੀ ਟਰੈਕ ਹੋਏ ਪਰਮਜੀਤ ਪੰਮੇ ਹੋਣੀ, ਜਿਨ੍ਹਾਂ ਦੀ ਲੋਕੇਸ਼ਨ ਮੁਹਾਲੀ ਦੇ ਇਲਾਕੇ ਜ਼ੀਰਕਪੁਰ ਬਲਟਾਣੇ ਵਿੱਚ ਟਰੈਕ ਕੀਤੀ ਗਈ। ਬਾਅਦ ਦੇ ਵਿੱਚ ਸਪੈਸ਼ਲ ਸਟੇਟ ਆਪਰੇਸ਼ਨ ਸੈੱਲ, ਜਿਸ ਦੀ ਬੜੀ ਵੱਡੀ ਭੂਮਿਕਾ ਹੈ। ਹੁਣ ਇੱਥੇ ਇੱਕ ਸਮਝਣ ਵਾਲਾ ਵਿਸ਼ਾ ਹੈ ਕਿ ਇਸ ਮਾਮਲੇ ਦੇ ਵਿੱਚ ਕਿਉਂਕਿ ਇਨਵੈਸਟੀਗੇਸ਼ਨ ਬਠਿੰਡਾ ਪੁਲਿਸ ਦਾ ਕਾਊਂਟਰ ਇੰਟੈਲੀਜੈਂਸ ਡਿਪਾਰਟਮੈਂਟ ਕਰਦਾ ਪਿਆ ਸੀ, ਹੋਰ ਵੀ ਜ਼ਿਲ੍ਹਿਆਂ ਦੇ ਜਿਹੜੇ ਪੁਲਿਸ ਜਾਂ ਸੀਆਈਏ ਮਹਿਕਮੇ ਸੀ ਉਹਨਾਂ ਨੂੰ ਸਤਰਕ ਕਰਤਾ ਗਿਆ ਸੀ ਕਿਉਂਕਿ ਮੋਗੇ ਤੇ ਉਹ ਮਾਨਸੇ ਦੇ ਇਲਾਕਿਆਂ ਤੋਂ ਵੀ ਸ਼ੂਟਰ ਰਹੇ ਹੋ ਸਕਦੇ ਨੇ। ਸੋ ਸਾਰੇ ਦੇ ਸਾਰੇ ਪੁਲਿਸ ਮਹਿਕਮੇ ਅਲਰਟ ਸੀ। ਪੁਲਿਸ ਹੈੱਡਕੁਆਟਰ ਦੇ ਲੈਵਲ ਉੱਤੇ ਪੰਜਾਬ ਪੁਲਿਸ ਉੱਤੇ ਇੱਕ ਬਹੁਤ ਵੱਡਾ ਦਬਾਅ ਸੀ। ਬਠਿੰਡੇ ਦੇ ਵਿੱਚ ਵਪਾਰੀ ਦਾ ਜਿਹੜਾ ਕਤਲ ਕੀਤਾ ਗਿਆ ਉਸ ਦੀ ਗੁੱਥੀ 3-4 ਦਿਨਾਂ ਤੱਕ ਨਹੀਂ ਸੁਲਝ ਪਾਣਾ, ਸ਼ੂਟਰਾਂ ਦੀ ਪਛਾਣ ਨਾ ਹੋ ਪਾਣਾ, ਕਿਸੇ ਵੱਲੋਂ ਵਾਰਦਾਤ ਦੀ ਜ਼ਿੰਮੇਵਾਰੀ ਨਾ ਲਿਆ ਜਾਣਾ, ਇਹ ਕੁਝ ਅਜਿਹੇ ਕਨਫਿਊਜ਼ ਕਰ ਦੇਣ ਵਾਲੀ ਗੱਲਾਂ ਬਾਤਾਂ ਸਨ, ਜਿਸ ਤੋਂ ਬਾਅਦ ਪੁਲਿਸ ਦੇ ਉੱਤੇ ਦਬਾਅ ਵੀ ਬਹੁਤ ਜ਼ਿਆਦਾ ਸੀ। ਜਿਸ ਤੋਂ ਬਾਅਦ ਫਾਈਨਲੀ ਕੜੀਆਂ ਜੁੜੀਆਂ। ਸਮਝਿਆ ਜਾਂਦਾ ਕਿ ਉਹ ਜਿਹੜੀ ਪੋਸਟ ਪਾਈ ਗਈ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਕਨਕਲੂਸਿਵਲੀ ਪੁਲਿਸ ਇਸ ਸਿੱਟੇ ਤੱਕ ਪਹੁੰਚੀ ਕਿ ਅਰਸ਼ ਡਾਲਾ ਤੇ ਪਰਮਜੀਤ ਪੰਮੇ ਦੇ ਸਰਕਟ ਦੇ ਥਰੂ ਹੀ ਇਹ ਸਾਰੇ ਦੇ ਸਾਰੇ ਕ੍ਰਿਮੀਨਲ ਕਨੈਕਟ ਹੋਏ। ਬਹਰਹਾਲ ਮੁੱਖ ਦੀ ਗੱਲ ਇਹ ਹੈ ਕਿ ਜ਼ੀਰਕਪੁਰ ਬਲਟਾਣੇ ਵਿਖੇ ਇੱਕ ਕਾਮਯਾਬ ਆਪਰੇਸ਼ਨ ਤੋਂ ਬਾਅਦ ਇੱਕ ਬਰੀਫ ਐਨਕਾਊਂਟਰ ਤੇ ਇਹਨਾਂ ਕ੍ਰਿਮੀਨਲਸ ਦਾ ਤੇ ਖਾਸ ਕਰਕੇ ਸ਼ੂਟਰ ਲਵਜੀਤ ਦਾ ਗ੍ਰਿਫਤਾਰ ਹੋਣਾ ਇੱਕ ਬੜੀ ਵੱਡੀ ਕਾਮਯਾਬੀ ਹੈ। ਪਰਮਜੀਤ ਪੰਮਾ ਜੋ ਕਿ ਕੁਝ ਮਹੀਨੇ ਪਹਿਲਾਂ ਵੀ ਪੁਲਿਸ ਦੀ ਹਿਰਾਸਤ ਦੇ ਵਿੱਚ ਸੀ। ਦੇਖੋ, ਆਰਮਸ ਐਕਟ ਦੇ ਜਦੋਂ ਕੇਸ ਰਜਿਸਟਰ ਹੁੰਦੇ ਨੇ, ਆਰਮਸ ਐਕਟ ਦੇ ਕੇਸ ਦੇ ਵਿੱਚ ਬੇਲ ਬਹੁਤ ਹੀ ਸੌਖੀ ਮਿਲ ਜਾਂਦੀ ਹੈ। ਸੋ ਜੇ ਨਜਾਇਜ਼ ਹਥਿਆਰ ਕਿਸੇ ਗੈਂਗਸਟਰ ਨੇ ਕਿਸੇ ਮੁੰਡੇ ਨੂੰ ਇੱਧਰ ਤੋਂ ਉੱਧਰ ਤੱਕ ਲਿਜਾਣ ਲਈ ਕਹਿਤਾ ਤੇ ਉਹ ਵਿਅਕਤੀ ਫੜਿਆ ਗਿਆ। ਇਹੀ ਕਾਰਨ ਹੈ ਅਜਿਹੇ ਕ੍ਰਿਮੀਨਲਸ ਆਰਮਸ ਐਕਟ ਦੇ ਕੇਸਾਂ ਦੇ ਵਿੱਚ ਸੌਖੀ ਬੇਲ ਹਾਸਲ ਕਰ ਜਾਂਦੇ ਨੇ ਤੇ ਬੇਲ ਹਾਸਲ ਕਰਨ ਤੋਂ ਬਾਅਦ ਇੱਕ ਬੜਾ ਵੱਡਾ ਕਤਲ, ਉਸ ਦੀ ਵਾਰਦਾਤ ਨੂੰ ਇਸ ਪਰਮਜੀਤ ਪੰਮੇ ਨੇ ਜਿਹੜਾ ਹੈ ਮਾਸਟਰਮਾਈਂਡ ਕਰਾਇਆ, ਉਸ ਦਾ ਸੂਤਰਧਾਰ ਬਣਿਆ, ਉਸ ਨੂੰ ਪਲਾਨ ਕਰਵਾ ਕੇ ਐਗਜ਼ੀਕਿਊਟ ਕਰਵਾਇਆ। ਇਹੀ ਕਾਰਨ ਹੈ ਕਿ ਪੁਲਿਸ ਜਦੋਂ ਅਜਿਹੇ ਨੌਜਵਾਨਾਂ ਨੂੰ ਫੜਦੀ ਹੈ ਜਾਂ ਅਜਿਹੇ ਕ੍ਰਿਮੀਨਲਸ ਨੂੰ ਕਹਿ ਲਈਏ ਫੜਦੀ ਹੈ, ਹਥਿਆਰਾਂ ਦੇ ਨਾਲ ਕਈ ਵਾਰ ਉਹਨਾਂ ਦੇ ਕੋਲੋਂ ਨਸ਼ੇ ਬਰਾਮਦ ਹੋਣ ਦੇ ਕੇਸ ਵੀ ਰਜਿਸਟਰ ਹੋ ਜਾਂਦੇ ਨੇ। ਪਰਪਸ ਤੇ ਮਕਸਦ ਹੀ ਹੁੰਦਾ, ਹਾਲਾਂਕਿ ਸਾਡੇ ਵਰਗੇ ਪੱਤਰਕਾਰ ਜਾਂ ਕ੍ਰਿਟਿਕ ਜਿਹੜੇ ਹੁੰਦੇ ਨੇ ਹਮੇਸ਼ਾ ਪੁਲਿਸ ਉੱਤੇ ਸਵਾਲ ਖੜੇ ਕਰਦੇ ਨੇ। ਅਸੀਂ ਕਹਿੰਦੇ ਵੀ ਇਹਨਾਂ ਦੇ ਉੱਤੇ ਜਿਹੜੇ ਨਸ਼ਾ ਪਾਤਾ ਜਾਂਦਾ ਵਿਚ ਇਜ਼ ਪੇਟੈਂਟਲੀ ਰੋਂਗ, ਇਲੀਗਲ ਤਰੀਕੇ ਦੇ ਨਾਲ ਕਈ ਵਾਰ ਜ਼ਬਰਦਸਤੀ ਵੀ ਉਹਨਾਂ ਤੋਂ ਨਸ਼ੇ ਦੀ ਰਿਕਵਰੀ ਸ਼ੋਅ ਕਰਤੀ ਜਾਂਦੀ ਹੈ। ਪੁਲਿਸ ਤੇ ਜਾਂਚ ਏਜੰਸੀਆਂ ਦਾ ਮਕਸਦ ਇਹ ਹੁੰਦਾ ਕਿ
ਕਾਨੂੰਨ ਦੇ ਵਿੱਚ ਜਿਹੜਾ ਲਚੀਲਾਪਨ ਹੈ, ਜਿਹੜੀ ਫਲੈਕਸੀਬਿਲਿਟੀ ਹੈ, ਆਰਮਸ ਐਕਟ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬੇਲ ਮਿਲਣ ਦੀ ਜਿਹੜੀ ਕੁੰਡੀ, ਜਿਸ ਨੂੰ ਵਰਤ ਕੇ ਕ੍ਰਿਮੀਨਲ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜੇਲ੍ਹਾਂ ਤੋਂ ਬਾਹਰ ਆ ਜਾਂਦੇ ਨੇ। ਉਸ ਤੋਂ ਬਾਅਦ ਇਹ ਉਹਨਾਂ ਅਪਰਾਧਾਂ ਦੇ ਵਿੱਚ ਦੁਬਾਰਾ ਇਨਵੋਲਵ ਹੋ ਜਾਂਦੇ ਨੇ, ਜਿਵੇਂ ਕਿ ਇਸ ਕੇਸ ਦੇ ਵਿੱਚ ਪਰਮਜੀਤ ਪੰਮਾ ਹੋਇਆ। ਹਾਲਾਂਕਿ ਇਹ ਗੱਲ ਮੰਨਨੀ ਕਿ ਜੇ ਪਰਮਜੀਤ ਪੰਮੇ ਨੂੰ ਆਰਮਸ ਐਕਟ ਦੇ ਵਿੱਚ ਜ਼ਮਾਨਤ ਨਾ ਮਿਲੀ ਹੁੰਦੀ, ਉਹ ਬਾਹਰ ਨਾ ਆਇਆ ਹੁੰਦਾ, ਤਾਂ ਬਠਿੰਡਾ ਦੇ ਇਸ ਵਪਾਰੀ ਦਾ ਕਤਲ ਨਾ ਹੁੰਦਾ। ਇਹ ਗੱਲਬਾਤ ਵੀ ਕੋਈ ਮੰਨਣ ਵਾਲੀ ਇਸ ਵਾਸਤੇ ਨਹੀਂ ਹੈ, ਕਿਉਂਕਿ ਜੇ ਪਰਮਜੀਤ ਪੰਮਾ ਨਾ ਹੁੰਦਾ ਤਾਂ ਫਿਰ ਇਹਨਾਂ ਸਰਗਰਾਮਾਂ ਨੇ ਕਿਸੇ ਹੋਰ ਮਾਡਿਊਲ ਨੂੰ ਵਰਤ ਲੈਣਾ ਸੀ, ਕਿਉਂਕਿ ਇੱਕ ਹੀ ਟਾਈਮ ਦੇ ਪੈਰਲਲੀ ਜਿਵੇਂ ਕਿ ਪੁਲਿਸ ਦੇ ਅਲੱਗ-ਅਲੱਗ ਮਹਿਕਮੇ ਕੰਮ ਕਰ ਰਹੇ ਨੇ, ਇਹਨਾਂ ਕ੍ਰਿਮੀਨਲਸ, ਇਹਨਾਂ ਗੈਂਗਸਟਰਸ ਦੇ ਵੀ ਅਲੱਗ-ਅਲੱਗ ਮਾਡਿਊਲ, ਅਲੱਗ-ਅਲੱਗ ਸੈੱਲ, ਅਲੱਗ-ਅਲੱਗ ਕੇਸਾਂ ਦੇ ਉੱਤੇ ਕੰਮ ਕਰ ਰਹੇ ਹੁੰਦੇ ਨੇ। ਅਜਿਹੀ ਇੱਕ ਹੋਰ ਕੇਸ ਦੇ ਉੱਤੇ ਪੈਰਲਲੀ ਕੰਮ ਕਰਦੇ ਵਕਤ ਵੀ ਕੁਝ ਲੀਡਸ ਅਜਿਹੀਆਂ ਇਸ ਕੇਸ ਦੇ ਮੁਤਲਕ ਨਿਕਲੀਆਂ। ਜੇ ਉਹ ਪੁਖਤਾ ਹੋਈਆਂ, ਮੈਂ ਅਗਲੀ ਰਿਪੋਰਟ ਦੇ ਵਿੱਚ ਜਾਂ ਕਿਸੇ ਹੋਰ ਰਿਪੋਰਟ ਦੇ ਵਿੱਚ ਉਸ ਦਾ ਜ਼ਿਕਰ ਜ਼ਰੂਰ ਕਰਾਂਗਾ, ਕਿਉਂਕਿ ਪੰਜਾਬ ਦੇ ਇੱਕ ਬੜੇ ਹੀ ਨਾਮੀ ਨੋਟਿਡ ਸਿੰਗਰ ਦੇ ਨਾਲ ਉਹ ਪੂਰੀ ਦੀ ਕੜੀ ਜੁੜਦੀ ਹੈ। ਕਿਸ ਤਰੀਕੇ ਨਾਲ ਫਿਰੌਤੀ, ਰੰਗਦਾਰੀ ਦੀਆਂ ਕਾਲਾਂ ਉਸ ਨੂੰ ਕੀਤੀਆਂ ਗਈਆਂ, ਕਿਉਂਕਿ ਜੇ ਉਹ ਨੋਟ ਕਨੈਕਟ ਹੋਏ ਤਾਂ ਹੀ ਮੈਂ ਉਹ ਗੱਲਬਾਤ ਤੁਹਾਡੇ ਸਾਹਮਣੇ ਪੁਖਤਾ ਤਰੀਕੇ ਦੇ ਨਾਲ ਕਰਾਂਗਾ। ਮੋਟੀ ਗੱਲ ਇਹੀ ਹੈ ਕਿ ਕ੍ਰਿਮੀਨਲ ਵੀ ਉਸੇ ਤਰੀਕੇ ਦੇ ਨਾਲ ਵੱਖ-ਵੱਖ ਮਾਡਿਊਲਸ ਤੋਂ ਕੰਮ ਲੈਂਦੇ ਨੇ, ਲੇਕਿਨ ਪਰਮਜੀਤ ਪੰਮਾ ਜੇ ਜ਼ਮਾਨਤ ਉੱਤੇ ਬਾਹਰ ਨਾ ਹੁੰਦਾ, ਕੀ ਬਠਿੰਡੇ ਦੇ ਇਸ ਵਪਾਰੀ ਦਾ ਕਤਲ ਟਲ ਸਕਦਾ ਸੀ? ਇਹ ਇੱਕ ਵਿਚਾਰ ਹੋ ਸਕਦਾ ਹੈ, ਸੋਚ ਹੋ ਸਕਦੀ ਹੈ, ਲੇਕਿਨ ਮੈਨੂੰ ਲੱਗਦਾ ਨਹੀਂ। ਹੋਰ ਇਹਨਾਂ ਕੋਲ ਬਹੁਤ ਸੇ ਜਿਹੇ ਕ੍ਰਿਮੀਨਲ ਨੇ, ਨੌਜਵਾਨਾਂ ਦੀ, ਅੱਲੜ ਉਮਰ ਦੇ ਨੌਜਵਾਨਾਂ ਦੀ ਇੱਕ ਪਨੀਰੀ ਪੰਜਾਬ ਦੇ ਵਿੱਚ ਤਿਆਰ ਬੈਠੀ ਹੈ। ਇਹ ਸੋਚਣ ਦਾ ਵੀ ਵਿਸ਼ਾ ਸਾਡੇ ਸਭ ਲਈ ਕਿ ਵੱਡੇ-ਵੱਡੇ ਗੈਂਗਸਟਰ, ਸ਼ੂਟਰਾਂ ਨੂੰ ਤੁਸੀਂ ਫੜੀ ਚੱਲੋ, ਢੇਰ ਕਰ ਦਿਓ, ਮੁਕਾਬਲਿਆਂ ਵਿੱਚ ਮਾਰ ਦਿਓ, ਜਾਂ ਫਿਰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿਓ, ਜਿਵੇਂ ਹੈਰੀ ਮੋੜ, ਹੈਰੀ ਰਾਜਪੁਰਾ, ਜਾਂ ਫਿਰ ਪਿੱਛੇ ਮਾਨਜੈਤੋ ਦਾ ਵੀ ਕਤਲ ਕਰਤਾ ਗਿਆ ਇੱਕ ਇੰਟਰ ਗੈਂਗ ਰਾਈਵਲਰੀ ਦੀ ਘਟਨਾ ਦੇ ਵਿੱਚ। ਲੇਕਿਨ ਇਹਨਾਂ ਸ਼ੂਟਰਾਂ ਦੇ ਮਰਨ ਨਾਲ ਵੀ ਸਿਲਸਿਲਾ ਕਿਤੇ ਵੀ ਰੁਕ ਨਹੀਂ ਰਿਹਾ। ਵਾਰਦਾਤਾਂ ਦਾ ਸਿਲਸਿਲਾ ਉਵੇਂ ਦਾ ਉਵੇਂ ਜਾਰੀ ਹੈ। 2 ਗੈਂਗਸਟਰ ਮਾਰੇ ਜਾਂਦੇ ਨੇ, 36 ਨੂੰ ਜੇਲ੍ਹ ਦੇ ਵਿੱਚ ਪਾਇਆ ਜਾਂਦਾ ਹੈ, ਲੇਕਿਨ ਉਸ ਤੋਂ ਬਾਅਦ ਵੀ ਇੱਕ ਅਜਿਹੀ ਪਨੀਰੀ ਤਿਆਰ ਹੋ ਰਹੀ ਹੈ ਜੋ ਕਿ ਸੰਗਠਿਤ ਅਪਰਾਧ ਦੇ ਇਹਨਾਂ ਸਰਗਨਾਵਾਂ ਲਈ ਕੰਮ ਕਰਨ ਲਈ, ਹਥਿਆਰ ਚੁੱਕਣ ਲਈ, ਹਥਿਆਰਾਂ ਦੀ ਟਰਾਂਸਪੋਰਟੇਸ਼ਨ ਲਈ, ਉਹਨਾਂ ਦੀ ਸਮਗਲਿੰਗ ਲਈ, ਜਾਂ ਬਹੁਤ ਸੇ ਕੇਸਾਂ ਦੇ ਵਿੱਚ ਗੋਲੀਆਂ ਚਲਾਉਣ ਲਈ, ਸ਼ੂਟਰ ਬਣਨ ਲਈ, ਲੋਕਾਂ ਦੇ ਕਤਲ ਕਰਨ ਲਈ ਤਿਆਰ ਬਰ ਤਿਆਰ ਬੈਠੀ ਹੈ। ਇਹ ਸੋਚਣ ਦਾ ਵਿਸ਼ਾ ਹੈ ਕਿ ਅਜਿਹੇ ਨੌਜਵਾਨਾਂ ਦੀ ਉਪਲਬਧਤਾ ਕਿਉਂ ਹੈ। ਅਸੀਂ ਰੋਜ਼ਗਾਰ ਨਹੀਂ ਦੇ ਪਾ ਰਹੇ, ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਨਹੀਂ ਤੋਰ ਪਾ ਰਹੇ। ਇਹ ਕ੍ਰਿਮੀਨਲਸ ਪੈਦਾ ਨਹੀਂ ਹੋ ਰਹੇ, ਬਲਕਿ ਕ੍ਰਿਮੀਨਲਸ ਹਾਲਾਤਾਂ ਦਾ ਫਾਇਦਾ ਉਠਾ ਕੇ ਤਿਆਰ ਕੀਤੇ ਜਾ ਰਹੇ ਨੇ। ਕਮਜ਼ੋਰੀਆਂ, ਬੇਬਸੀਆਂ, ਉਹਨਾਂ ਦੀ ਜਿਹੜੀ ਲਾਚਾਰੀ ਹੈ, ਉਹਨਾਂ ਦੀ ਦੁਬਿਧਾਵਾਂ ਹੈਗੀਆਂ, ਚਾਹੇ ਕਿਸੇ ਨੂੰ ਕੁਝ ਗ੍ਰਾਮ ਸਮੈਕ, ਹੈਰੋਇਨ, ਨਸ਼ਾ ਦੇ ਕੇ ਉਸ ਨੂੰ ਅਪਰਾਧ ਕਰਨ ਲਈ ਉਕਸਾਇਆ ਜਾਂਦਾ ਹੈ, ਚਾਹੇ ਕਿਸੇ ਵਿਅਕਤੀ ਨੂੰ ਪੈਸੇ ਦਾ ਲਾਲਚ ਦਿੱਤਾ ਜਾਂਦਾ ਹੈ, ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਇਆ ਜਾਂਦਾ ਹੈ। ਲੇਕਿਨ ਮੋਟੀ ਗੱਲ ਤੇ ਮੁੱਖ ਦੀ ਗੱਲ ਇਹ ਹੈ ਕਿ ਨੌਜਵਾਨਾਂ ਦੀ ਜਿਹੜੀ ਕਮਜ਼ੋਰੀਆਂ ਹੈਗੀਆਂ ਨੇ, ਉਹਨਾਂ ਨੂੰ ਵਰਤ ਕੇ ਇਹ ਸਰਗਨਾ ਪੰਜਾਬ ਦੇ ਵਿੱਚ ਇੱਕ ਅਜਿਹਾ ਮਾਹੌਲ ਕਾਇਮ ਕਰਨ ਦੇ ਵਿੱਚ ਕਾਮਯਾਬ ਹੋ ਰਹੇ ਨੇ, ਜੋ ਕਿ ਪੰਜਾਬ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਹੈ। ਸੋ ਅੱਜ ਦੀ ਇਸ ਵੀਡੀਓ ਰਿਪੋਰਟ ਦੇ ਵਿੱਚ ਮੈਂ ਇਹੀ ਕੁਝ ਗੱਲਾਂ ਬਾਤਾਂ ਤੇ ਪੱਖ ਜੋ ਮੇਰੇ ਕੋਲ ਜਾਣਕਾਰੀ ਇਸ ਵਕਤ ਤੱਕ ਇਸ ਕੇਸ ਬਾਰੇ ਹੈ, ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ। ਅਜੇ ਬਹੁਤ ਸੀ ਹੋਰ ਇਨਫੋਰਮੇਸ਼ਨ, ਬਹੁਤ ਸੇ ਹੋਰ ਡਾਟਸ ਨੇ ਜੋ ਕਿ ਕਨੈਕਟ ਨਹੀਂ ਹੋਏ ਨੇ। ਹੱਤਿਆ ਦਾ ਮੋਟਿਵ, ਹੱਤਿਆ ਦਾ ਕਾਰਨ ਇਸ ਵਕਤ ਤੱਕ ਕਲੀਅਰ ਨਹੀਂ ਹੋ ਪਾਇਆ ਹੈ। ਜਾਂਚ ਏਜੰਸੀਆਂ ਕਈ ਦਿਨ ਹੋ ਚੁੱਕੇ ਨੇ ਇਸ ਵਿਅਕਤੀ ਤੋਂ ਪੁੱਛਗਿੱਛ ਕਰ ਰਹੇ ਨੇ, ਲੇਕਿਨ ਕਿਉਂਕਿ ਇੱਕ ਸਲੀਪਰ ਸੈੱਲ ਦੀ ਤਰ੍ਹਾਂ ਵਰਤਿਆ ਜਾਂਦਾ ਹੈ, ਖੱਬੇ ਹੱਥ ਨੂੰ ਇਹ ਨਹੀਂ ਪਤਾ ਹੁੰਦਾ ਕਿ ਸੱਜੇ ਨੇ ਕੀ ਕਰਨਾ ਹੈ। ਇਹ ਪੋਸੀਬਲ ਹੋ ਸਕਦਾ ਹੈ ਕਿ ਜਿਹੜੇ ਮੋਟਰਸਾਈਕਲ ਦੇ ਉੱਤੇ ਬੈਠੇ 2 ਸ਼ੂਟਰ ਸੀ, ਉਹਨਾਂ ਨੂੰ ਹੀ ਇੱਕ ਦੂਸਰੇ ਬਾਰੇ ਸਹੀ ਤਰੀਕੇ ਦੇ ਨਾਲ ਪਤਾ ਨਾ ਹੋਵੇ। ਲਾਰਜਰ ਮੋਟਿਵ ਕੀ ਹੈ, ਹੱਤਿਆ ਕਿਸ ਕਾਰਨ ਤੋਂ ਕੀਤੀ ਗਈ ਜਾਂ ਕਰਵਾਈ ਗਈ ਤੇ ਕਿਸ ਤੇ ਕਰਵਾਈ, ਇਸ ਚੀਜ਼ ਦੀ ਜਾਣਕਾਰੀ ਇਹਨਾਂ ਸ਼ੂਟਰਾਂ ਨੂੰ ਹੋਣਾ ਇੱਕ ਬਹੁਤ ਹੀ ਦੂਰ ਦੀ ਖੇਡ ਹੈ। ਸੋ ਅਰਸ਼ ਡਾਲਾ ਜੇ ਇਸ ਬਾਰੇ ਦੱਸੇ ਤਾਂ ਕੁਝ ਦੱਸੇ, ਜਾਂ ਫਿਰ ਉਹ ਵਿਅਕਤੀ ਜੋ ਕਿ ਇਸ ਹੱਤਿਆ ਦਾ ਮਾਸਟਰਮਾਈਂਡ ਹੈ, ਸਰਗਨਾ ਹੈ, ਉਹੀ ਦੱਸ ਸਕਦਾ ਹੈ ਕਿ ਅਸਲ ਦੇ ਵਿੱਚ ਹੱਤਿਆ ਦਾ ਕਾਰਨ ਤੇ ਮੋਟਿਵ ਕੀ ਹੈ। ਸਾਡੇ ਤੁਹਾਡੇ ਲਈ ਇਸ ਚੀਜ਼ ਦੇ ਬਾਰੇ ਕੋਈ ਵੀ ਗੈਸ ਹੈਜ਼ਰਡ ਕਰਨਾ, ਜਦ ਤੱਕ ਜਾਂ ਤਾਂ ਸਿੱਧੇ ਤਰੀਕੇ ਦੇ ਨਾਲ ਗੈਂਗਸਟਰ ਜ਼ਿੰਮੇਵਾਰੀਆਂ ਕਬੂਲ ਨਹੀਂ ਲੈਂਦੇ, ਜਾਂ ਫਿਰ ਪੁਲਿਸ ਕੁਝ ਪੁਖਤਾ ਠੋਸ ਇਨਵੈਸਟੀਗੇਸ਼ਨ ਦੇ ਜ਼ਰੀਏ ਸਾਡੇ ਸਾਹਮਣੇ ਕੱਢ ਨਹੀਂ ਦਿੰਦੀ, ਤਦ ਤੱਕ ਮੁਨਾਸਬ ਨਹੀਂ ਹੋਏਗਾ। ਬਹਰਹਾਲ ਜੇ ਇਸ ਕੇਸ ਦੇ ਵਿੱਚ ਕੋਈ ਹੋਰ ਅਗਲੀ ਕੜੀ ਜੁੜੀ ਜਾਂ ਕੋਈ ਹੋਰ ਸਬਸਟੈਂਸ਼ੀਅਲ ਗੱਲਬਾਤ ਉੱਭਰ ਕੇ ਆਈ ਤਾਂ ਉਹ ਜ਼ਰੂਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਅੱਜ ਦੀ ਰਿਪੋਰਟ ਇੱਥੋਂ ਤੱਕ ਹੀ ਸੀ। ਬਹੁਤ ਬਹੁਤ ਧੰਨਵਾਦ। ਅਗਲੀ ਰਿਪੋਰਟ ਲਈ ਤਿਆਰ ਰਹੋ, ਛੇਤੀ ਆ ਰਹੀ ਹੈ।